ਵਾਇਸ ਆਫ ਇੰਡੀਆ ਤੇ ਮੈਂ ਤੁਹਾਡਾ ਐਮਪੀ ਸਿੰਘ ਔਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ। ਕਲਮਾਂ ਦੇ ਕਾਫਲੇ। ਕਲਮਾਂ ਦੇ ਕਾਫਲੇ ਵਿੱਚ ਸਾਡੇ ਵਿਸ਼ੇਸ਼ ਮਹਿਮਾਨ ਨੇ ਸਰਦਾਰ ਹਰਪ੍ਰੀਤ ਸਿੰਘ ਜਵੰਦਾ ਜੀ। ਸਤਿ ਸ਼੍ਰੀ ਅਕਾਲ ਸਤਿ ਜਵੰਦਾ ਸ਼੍ਰੀ ਜੀ। ਅਕਾਲ ਜੀ ਐਮਪੀ ਸਿੰਘ ਜੀ, ਮਿਹਰਬਾਨੀ। ਕਲਮਾਂ ਦੇ ਕਾਫਲੇ ਸਾਡਾ ਜਿਹੜਾ ਪ੍ਰੋਗਰਾਮ ਹੈ ਜੀ, ਉਹਦੇ ਵਿੱਚ ਅਸੀਂ ਹਰ ਵਾਰੀ ਕਿਸੇ ਸਾਹਿਤਕਾਰ ਨੂੰ, ਜਿਹੜੇ ਕਹਾਣੀਆਂ ਲਿਖਦੇ ਆ, ਨਾਵਲ ਲਿਖਦੇ ਆ, ਕਵਿਤਾ ਲਿਖਦੇ ਆ, ਨਾਟਕਕਾਰ ਨੇ, ਸੰਗੀਤਕਾਰ ਨੇ, ਗੀਤਕਾਰ ਨੇ, ਜਿਹੜੇ ਵੀ ਕਿਸੇ ਨਾ ਕਿਸੇ ਤੱਕ ਤਰੀਕੇ ਨਾਲ ਸਾਹਿਤ ਦੀ, ਸੱਭਿਆਚਾਰ ਦੀ ਸੇਵਾ ਕਰਦੇ, ਉਹਨਾਂ ਨੂੰ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਲੈ ਕੇ ਆਉਂਦੇ ਹਾਂ ਅਤੇ ਉਹਨਾਂ ਦੀ ਮੁਲਾਕਾਤ ਕਰਾਉਂਦੇ ਹਾਂ ਆਪਦੇ ਸਰੋਤਿਆਂ ਦੇ ਨਾਲ। ਠੀਕ ਹੈ ਜੀ। ਔਰ ਆਪਦੇ ਦਰਸ਼ਕਾਂ ਨਾਲ। ਇਹ ਪ੍ਰੋਗਰਾਮ ਜਿੱਥੇ ਵਾਇਸ ਆਫ ਇੰਡੀਆ ਰੇਡੀਓ 'ਤੇ ਚੱਲਦਾ ਪਿਆ, ਉੱਥੇ ਨਾਲ ਦੀ ਨਾਲ ਫੇਸਬੁੱਕ 'ਤੇ ਯੂਟਿਊਬ 'ਤੇ ਵੀ ਚੱਲਦਾ ਪਿਆ। ਜਵੰਦਰ ਜੀ, ਤੁਸੀਂ ਜਦੋਂ ਤੋਂ ਮੈਂ ਜਾਣਦਾ ਉਦੋਂ ਤੋਂ ਤੁਸੀਂ ਛੋਟੀਆਂ ਛੋਟੀਆਂ ਕਹਾਣੀਆਂ ਲਿਖਦੇ ਹੋ। ਕਹਾਣੀਆਂ ਦੀ ਬਣਤਰ ਦਾ ਸਬਜੈਕਟ ਕੀ ਆ, ਇਹ 'ਤੇ ਆਪਾਂ ਗੱਲ ਕਰਾਂਗੇ। ਗੱਲ ਸ਼ੁਰੂ, ਤੁਸੀਂ ਕਦੋਂ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ, ਮਕਸਦ ਤੁਹਾਡਾ ਕੀ ਸੀ, ਤੁਹਾਡੀ ਇਹ ਰੁਚੀ ਇਸ ਤਰੀਕੇ ਦੀ ਸੀ ਜਾਂ ਕਿਤੇ ਸੋਚੇ ਸਿੱਧੀ ਇੱਧਰ ਨੂੰ ਮੁਹਾਨ ਮੁੜ ਗਿਆ, ਇਹੋ ਜਿਹੀਆਂ ਗੱਲਾਂ ਆਪਾਂ ਤੁਹਾਡੇ ਨਾਲ ਕਰਨੀਆਂ। ਇਹ ਸਭ ਤੋਂ ਪਹਿਲਾਂ ਤਾਂ ਦੱਸੋ ਜੀ, ਤੁਸੀਂ ਇਹ ਜਿਹੜੀਆਂ ਛੋਟੀਆਂ ਛੋਟੀਆਂ ਕਹਾਣੀਆਂ ਲਿਖਦੇ ਹੋ, ਇਹਦਾ ਸਬਜੈਕਟ ਕਿੱਥੋਂ ਲਿਆਉਂਦੇ ਹੋ? ਸਬਜੈਕਟ ਦੇਖੋ, ਕਿਸੇ ਨੇ ਮੈਨੂੰ ਇੱਕ ਪਹਿਲਾਂ ਵੀ ਪੁੱਛਿਆ ਸੀ ਕਿ ਇਹ ਜਿਹੜੇ ਤੁਸੀਂ ਕਹਾਣੀਆਂ ਕਿੱਥੋਂ ਤੁਸੀਂ ਆਉਂਦੀਆਂ ਤੁਹਾਡੇ ਦਿਮਾਗ 'ਚ। ਐਮਪੀ ਸਿੰਘ ਜੀ, ਜਦੋਂ ਤੁਹਾਡਾ ਦਿਮਾਗ ਇੱਕ ਸਰਟਨ ਡਾਇਰੈਕਸ਼ਨ 'ਤੇ ਚੱਲਣਾ ਸ਼ੁਰੂ ਹੋ ਜਾਂਦਾ ਨਾ, ਅਤੇ ਤੁਹਾਨੂੰ ਉਹ ਸੁੱਤੇ ਸਿੱਧ ਹੀ ਸਾਨੂੰ ਸਬਜੈਕਟ ਮਿਲ ਜਾਂਦੇ ਹੈਗੇ। ਠੀਕ ਹੈ ਜੀ। ਲੈਟਸ ਸੇ ਮੈਂ ਬੈਂਕ ਗਿਆ। ਠੀਕ ਹੈ ਜੀ। ਬੈਂਕ ਮੇਰੇ ਨਾਲ ਇੱਕ ਗੋਰੀ ਖਲੋਤੀ ਹੈ ਜਾਂ ਕੋਈ ਗੋਰਾ ਖਲੋਤਾ ਹੈ, ਉਹ ਆਪਸ 'ਚ ਕਿਸੇ ਬੱਚਾ ਲਿਆਂਦਾ, ਉਹਦੇ ਨਾਲ ਗੱਲਾਂ ਬਾਤਾਂ ਕਰ ਰਹੇ। ਇੱਕ ਜਿਹੜਾ ਕਹਾਣੀਕਾਰ ਹੈਗਾ ਨਾ, ਉਹ 'ਚ ਵੀ ਕਹਾਣੀ ਲੱਭੇਗਾ। ਲੌਂਗ ਡਰਾਈਵ 'ਤੇ ਗਏ ਤੁਸੀਂ, ਇੱਕ ਕੁੱਤਾ ਇੱਕ ਭੱਜਾ ਭੱਜਾ ਆਇਆ ਇੱਕ ਫਾਰਮ ਹਾਊਸ ਤੋਂ। ਠੀਕ ਹੈ ਜੀ। ਔਰ ਤੁਹਾਡੇ ਕੋਲ ਐਗਰੈਸਿਵ ਆਇਆ, ਤੁਹਾਡੇ ਕੋਲ ਆ ਕੇ ਪੂਛ ਲਾਉਣ ਲੱਗ ਪਿਆ। ਇਹ 'ਤੇ ਕਹਾਣੀ ਲਿਖੀ ਜਾ ਸਕਦੀ ਹੈ। ਠੀਕ ਹੈ ਜੀ। ਤੁਸੀਂ ਬਹੁਤ ਦੂਰ ਜੰਗਲ 'ਚ ਗਏ, ਗੁਆਚ ਗਏ, ਤੁਹਾਨੂੰ ਰਸਤਾ ਭੁੱਲ ਗਏ, ਹੈ ਨਾ ਜੀ। ਤੁਹਾਨੂੰ ਅਜੀਬ ਜਿਹੀ ਤਰੀਕੇ ਦੀਆਂ ਆਵਾਜ਼ਾਂ ਕਈ ਵਾਰੀ ਆਉਂਦੀਆਂ ਹੈਗੀਆਂ। ਉੱਤੇ ਤੁਹਾਡਾ ਕੈਨੇਡਾ ਦਾ ਮੌਸਮ ਇਸ ਤਰ੍ਹਾਂ ਦਾ ਕਿ ਰਾਤ ਛੇਤੀ ਪੈ ਜਾਂਦੀ ਹੈ, ਦਿਨ ਡੁੱਬੀ ਜਾਂਦਾ ਹੈਗਾ, ਸੈੱਲਫੋਨ ਤੁਹਾਡਾ ਡੈਡ ਹੋ ਗਿਆ, ਤੁਸੀਂ ਉੱਤੇ ਕਹਾਣੀ ਲਿਖ ਸਕਦੇ ਹੈਗੇ। ਠੀਕ ਹੈ ਜੀ। ਔਰ ਬਾਕੀ ਇਹ ਹੈ ਕਿ ਜਦੋਂ ਤੁਹਾਡਾ ਐਪਟੀਚਿਊਡ ਇਸ ਤਰੀਕੇ ਦਾ ਹੋ ਜਾਂਦਾ ਤਾਂ ਤੁਹਾਨੂੰ ਕਹਾਣੀਆਂ ਜਿਹੜੀਆਂ ਇਸ ਤਰ੍ਹਾਂ ਲੱਗਦੀਆਂ ਜਿਵੇਂ ਤਿਤਲੀਆਂ ਵਾਂਗੂ ਘੁੰਮਣੀਆਂ ਆਸੇ ਪਾਸੇ। ਜਿਹੜੀ ਮਰਜ਼ੀ ਤਿਤਲੀ ਫੜ ਕੇ ਤੁਸੀਂ ਉਹਨੂੰ ਅੱਖਰਾਂ 'ਚ ਕਨਵਰਟ ਕਰ ਲਓ। ਠੀਕ ਹੈ। ਦੂਜਾ ਤੁਹਾਡਾ ਸੀ ਕਿ ਮੇਰੇ ਖਿਆਲ ਤੁਸੀਂ ਕੁਐਸਚਨ ਆਪ ਕਰੋ। ਪਹਿਲਾਂ ਤਾਂ ਇਹੀ ਸੀਗਾ ਕਿ ਤੁਸੀਂ ਸਬਜੈਕਟ ਕਿੱਥੋਂ ਲਿਆਉਂਦੇ? ਸਬਜੈਕਟ, ਹਾਂਜੀ। ਸਬਜੈਕਟ ਹੁੰਦੇ ਕਿਹੜੇ ਆ, ਉਹਦੇ ਪਿੱਛੇ ਭਾਵਨਾ ਕੀ ਤੁਹਾਡੀ ਹੁੰਦੀ? ਸਬਜੈਕਟ ਦੇਖੋ, ਪਤਾ ਕੀ ਹੈ, ਸਬਜੈਕਟ ਉਹ ਹੁੰਦੇ ਆ ਜਿਹੜੇ ਤੁਹਾਨੂੰ ਦਿਲ ਨੂੰ ਟੁੰਬਦੇ ਹੈਗੇ ਆ। ਠੀਕ ਹੈ ਜੀ। ਉਹ ਮੇ ਬੀ ਕੋਈ ਗਰੀਬ ਦੀ ਸਟਰਗਲ ਹੈਗੀ ਹੈ। ਠੀਕ ਹੈ ਜੀ। ਮੇ ਬੀ ਕੋਈ ਬਹੁਤ ਰੁਲਿਆ ਖੁਲਿਆ ਬੰਦਾ ਹੈਗਾ ਜਿਹਦੇ ਨਾਲ ਤੁਸੀਂ ਗੱਲ ਕਰਦੇ ਹੋ ਅਤੇ ਤੁਹਾਨੂੰ ਪਤਾ ਲੱਗਦਾ ਕਿ ਇਹਦੇ ਪਿੱਛੇ ਕਿੰਨੀ ਸਟਰਗਲ ਹੈਗੀ ਹੈ। ਪਿੱਛੇ ਤਾਂ ਮੈਂ ਇੱਕ 2-3 ਸਾਲ ਪਹਿਲੇ ਹੋਮ ਡਿਪੂ ਗਿਆ ਸੀ ਜੀ। ਉੱਥੇ ਇੱਕ ਮੇਰੀ ਲੇਡੀ ਹੈਲਪ ਕਰਦੀ ਹੁੰਦੀ ਸੀ, ਬਰਨੀਸ ਕਰਕੇ, ਅਤੇ ਉਹ ਹਮੇਸ਼ਾ ਹੱਸਦੀ ਰਹਿੰਦੀ ਹੁੰਦੀ ਸੀ। 70-75 ਸਾਲ ਦੀ ਉਮਰ ਸੀ ਉਹਦੀ। ਠੀਕ ਹੈ ਜੀ। ਅਤੇ ਉਹ ਮੈਂ ਜਦੋਂ ਉਹਦੀ ਕਹਾਣੀ ਸੁਣੀ, ਮੈਂ ਕਿਹਾ ਤੂੰ ਤੇਰੀ ਏਜ ਜਿਹੜੀ ਹੈ ਕੰਮ ਕਰਨ ਦੀ ਨਹੀਂ ਹੈ। ਫਿਰ ਉਹਨੇ ਮੈਨੂੰ ਦੱਸਿਆ ਕਿ ਮੇਰਾ ਬੱਚੇ ਦੀ ਡੈਥ ਹੋ ਗਈ ਹੈ, ਮੇਰੀ ਬੱਚੀ ਦੀ ਡੈਥ ਹੋ ਗਈ, ਮੇਰਾ ਹਸਬੈਂਡ ਵੀ ਡੈਥ ਹੋ ਗਿਆ, ਮੈਂ ਵੀ ਡਾਇਗਨੋਜ਼ ਹੋ ਗਈ ਸੀ ਕੈਂਸਰ ਦੇ ਨਾਲ। ਅਤੇ ਜਦੋਂ ਮੈਂ ਡਾਇਗਨੋਜ਼ ਹੋਈ ਅਤੇ ਮੈਂ ਡਾਕਟਰ ਕਹਿੰਦਾ ਕਿ ਤੇਰੇ ਕੋਲ ਸਿਰਫ 6 ਮਹੀਨੇ ਹੈਗੇ ਆ। ਪਰ ਮੈਂ ਫਿਰ ਚੈਲੰਜ ਕੀਤਾ ਕਿ ਮੈਂ 6 ਮਹੀਨੇ ਨਹੀਂ, ਮੈਂ 6 ਸਾਲ ਤੱਕ ਜਿੰਦਾ ਰਹਾਂਗੀ ਘੱਟੋ ਘੱਟ। ਮੈਂ ਇਸ ਕੈਂਸਰ ਨਾਂ ਦੀ ਬਿਮਾਰੀ ਨੂੰ ਆਪਣੇ ਆਪ 'ਤੇ ਹੈਵੀ ਨਹੀਂ ਹੋਣ ਦੇਣਾ। ਮੈਂ ਬੜਾ ਇੰਪਰੈਸ ਹੋਇਆ। ਤੋਂ ਮੈਂ ਕਿਹਾ ਇੰਨੇ ਮਹਾਨ ਲੋਕ ਵੀ ਹੁੰਦੇ ਹੈਗੇ ਆ ਜਿਹੜੇ ਮੌਤ ਨੂੰ ਚਕਮਾ ਦਿੰਦੇ ਆ, ਔਰ ਇੰਨੀ ਦਿਲ 'ਚ ਉਦਾਸੀ ਹੋਣ ਦੇ ਬਾਵਜੂਦ ਵੀ ਹੱਸ ਕੇ ਲੋਕੀ ਵਿਖਾਉਂਦੇ ਆ। ਲੋਕਾਂ ਨੂੰ ਮੈਂ ਕੁਐਸਚਨ ਪਤਾ ਕਿਉਂ ਪੁੱਛਿਆ ਸੀ? ਆਮ ਤੌਰ 'ਤੇ ਕਿਸੇ ਕਵੀ ਨੂੰ ਪੁੱਛਿਓ ਨਾ ਕਿ ਤੁਸੀਂ ਕਵਿਤਾ ਲਿਖਦੇ ਹੋ, ਮਕਸਦ ਕੀ ਹੈ? ਉਹ ਕਹਿੰਦਾ ਯਾਰ ਮੇਰੇ ਹੁੰਦਾ ਵੀ ਮੈਂ ਕਵਿਤਾ ਲਿਖੀ ਆ ਅਤੇ ਮੇਰੀ ਰੂਹ ਜਿਹੜਾ ਉਹਨੂੰ ਸਕੂਨ ਮਿਲਿਆ। ਕੁਛ ਕਵਿਤਾਵਾਂ ਲੋਕ ਲਿਖਦੇ ਜੀ, ਕਵੀ ਹੈ, ਉਹ ਕਹਿੰਦੇ ਜੀ ਮੈਂ ਮਾਨਵਤਾ ਨੂੰ ਸਮਰਪਿਤ ਹਾਂ, ਮਨੁੱਖਤਾ ਨੂੰ ਸਮਰਪਿਤ ਹਾਂ। ਕੋਈ ਕਹਿੰਦਾ ਜੀ ਮੈਂ ਕਿਸਾਨੀ ਨੂੰ ਸਮਰਪਿਤ ਹਾਂ। ਕੋਈ ਕਹਿੰਦਾ ਜੀ ਔਰਤ ਦੇ ਦਰਦ ਜਿਹੜੇ ਉਹ ਮੇਰੇ ਕੋਲੋਂ ਬਰਦਾਸ਼ਤ ਨਹੀਂ ਹੁੰਦੇ, ਮੈਂ ਉਹਨਾਂ ਨੂੰ ਆਪਦੀ ਕਲਮ ਦੇ ਵਿੱਚ ਲਿਖਦਾ। ਠੀਕ ਹੈ ਜੀ। ਕਈ ਸਿਰਫ ਇਸੇ ਕਰਕੇ ਲਿਖਦੇ, ਉਹ ਜੇ ਲਿਖਣਾ ਮੇਰੇ ਸ਼ੌਕ ਹੈ, ਕਿੱਤਾ ਨਹੀਂ ਹੈ, ਸ਼ੌਕ ਹੈ। ਸ਼ੌਕ ਤੋਂ ਬਿਨਾਂ ਤਾਂ ਕੁਛ ਵੀ ਨਹੀਂ ਹੁੰਦਾ। ਮਨ 'ਚ ਸ਼ੌਕ ਹੋਵੇ ਤਾਂ ਹੀ ਤੁਸੀਂ ਅੱਗੇ ਵੱਧ ਸਕਦੇ ਹੋ, ਲਿਖਣੀ ਖਾਸ ਕਰਕੇ।
ਫਿਰ ਉਹ ਮਕਸਦ ਹੁੰਦਾ, ਜਿਹੜੇ ਮਕਸਦ ਦੀ ਮੈਂ ਗੱਲ ਕਰਦਾ। ਤੁਹਾਡੀਆਂ ਕਹਾਣੀਆਂ ਦੇ ਵਿੱਚ ਮੇਨ ਮਕਸਦ ਕੀ ਰਿਹਾ? ਕਿਹੜੀ ਗੱਲ ਨੂੰ ਤੁਸੀਂ ਜਿਹੜਾ ਜ਼ਿਆਦਾ ਪਕੜਦੇ ਹੋ, ਜਾਂ ਕਹਾਣੀ ਦੀ ਬਣਤਰ ਇਸ ਤਰੀਕੇ ਨਾਲ ਤੁਸੀਂ ਬਣਾਉਂਦੇ ਹੋ ਕਿ ਅਲਟੀਮੇਟਲੀ ਗੱਲ ਉੱਧਰ ਨੂੰ ਜਾਵੇ? ਪੋਜ਼ਿਟਿਵਿਟੀ ਹੋਣੀ ਚਾਹੀਦੀ। ਪੋਜ਼ਿਟਿਵਿਟੀ ਵੱਲ ਮੇਰਾ, ਕਿਉਂਕਿ ਜੇ ਤੁਸੀਂ ਇੱਕ ਸਰਵੇ ਕਰੋ ਨਾ ਆਪਣੇ ਜਾਂ ਆਸੇ-ਪਾਸੇ ਧਿਆਨ ਮਾਰੋ, ਤੇ ਡਿਪਰੈਸ਼ਨ ਤੇ ਨੈਗੇਟਿਵਿਟੀ ਤੇ ਨਾ ਪੱਖੀ ਜਿਹੜੀ ਸੋਚ ਹੈ ਨਾ, ਉਹ ਬਹੁਤ ਬੁਰੀ ਤਰ੍ਹਾਂ ਭਾਰੂ ਹੁੰਦੀ ਜਾ ਰਹੀ ਹੈ ਮੌਜੂਦਾ ਸਮਾਜ ਦੇ ਵਿੱਚ। ਆਪਸੀ ਕੰਪਲੀਕੇਸ਼ਨਸ ਹੈਗੀਆਂ ਨੇ, ਪਿਓ ਦੀ ਬੱਚਾ ਨਾਲ ਨਹੀਂ ਬਣਦੀ ਹੈਗੀ, ਪਿਓ ਹਸਬੈਂਡ ਦੀ ਵਾਈਫ ਨਾਲ ਨਹੀਂ ਬਣਦੀ ਹੈਗੀ, ਗੁਆਂਢੀ ਦੀ ਗੁਆਂਢੀ ਨਾਲ ਨਹੀਂ ਬਣਦੀ ਹੈਗੀ। ਕੋਈ ਇਸ ਕਰਕੇ ਦੁਖੀ ਹੈ ਕਿ ਮੇਰੇ ਕੋਲ ਪੈਸਾ ਘੱਟ ਹੈ, ਕੋਈ ਇਸ ਕਰਕੇ ਦੁਖੀ ਹੈ ਕਿ ਮੈਂ ਆਪਣੇ ਗੁਆਂਢੀ ਤੋਂ ਪਿੱਛੇ ਰਹਿ ਗਿਆ। ਕਹਾਣੀ ਜਦੋਂ ਨੈਗੇਟਿਵਿਟੀ ਆਉਂਦੀ ਹੈ ਜੀ, ਹਾਂਜੀ, ਉਹਦੇ ਤੁਸੀਂ ਸ਼ਬਦਾਂ ਦੇ ਵਿੱਚ ਪਰੋ ਕੇ ਕਿਹੜੇ ਟਾਈਮ ਲਿਖਦੇ ਹੋ? ਸਵੇਰੇ ਕਿ ਸ਼ਾਮੀ? ਸਵੇਰ ਦਾ ਬੈਸਟ ਟਾਈਮ ਹੈ ਜੀ। ਸਵੇਰੇ ਅਰਲੀ ਮਾਰਨਿੰਗ ਜਦੋਂ ਸਾਰੇ ਪਰਿਵਾਰ ਦੇ ਜੀ ਅਜੇ ਸੁੱਤੇ ਹੁੰਦੇ, ਹਾਂਜੀ, ਬੈੱਡ ਤੇ ਹੀ ਹੁੰਦੇ। ਮੈਂ ਕੱਲ੍ਹ ਹੀ ਨਾ ਦੇਖਿਆ ਸੀ ਮੈਂ ਉਹਦੇ ਨਾਲ ਕੰਪੇਅਰ ਤਾਂ ਨਹੀਂ ਕਰਦਾ, ਬਹੁਤ ਵੱਡੀ ਹੋਏ ਆ ਜੀ। ਸ਼ਿਵ ਕੁਮਾਰ ਬਟਾਲਵੀ ਸਾਡੇ ਬਟਾਲੇ, ਤੇ ਮੈਨੂੰ ਇਸ ਚੀਜ਼ ਦਾ ਮਾਣ ਹੈ ਕਿ ਆਪਾਂ ਜਿੱਥੇ ਰਹੇ ਹਾਂ 17 ਸਾਲ, ਜਿਹੜੇ ਰੇਲਵੇ ਸਟੇਸ਼ਨ 'ਤੇ ਰਹੇ ਹਾਂ, ਸਾਡੇ ਬਿਲਕੁਲ ਉੱਥੋਂ 300-400 ਮੀਟਰ ਦੀ 300-400 ਨਹੀਂ 3 ਕਿਲੋਮੀਟਰ ਨਹੀਂ, ਅੱਧੇ ਕਿਲੋਮੀਟਰ ਤੇ ਉਹਦਾ ਘਰ ਹੁੰਦਾ। ਅੱਧੇ ਕਿਲੋਮੀਟਰ, ਪ੍ਰੇਮ ਨਗਰ ਮੁਹੱਲਾ। ਤੇ ਉਹਦੇ ਬਾਰੇ ਇੱਕ ਜਿਹੜੀ ਉਹਦੀ ਵਾਈਫ ਸੀ ਜਾਂ ਉਹਦੀ ਸਿਸਟਰ ਸੀ ਸ਼ਾਇਦ, ਉਹ ਦੱਸ ਰਹੀ ਸੀ ਕਿ ਉਹ ਸਵੇਰੇ ਰਾਤੀ ਭਾਵੇਂ ਜਿੰਨੇ ਮਰਜ਼ੀ ਲੇਟ ਸੌਣਾ, ਉਹਨੇ 3 ਵਜੇ ਉੱਠ ਪੈਣਾ, ਸੱਤੇ ਉੱਠ ਪੈਣਾ। 3 ਤੋਂ ਲੈ ਕੇ 5 ਵਜੇ ਤੱਕ ਉਹਦਾ ਕਹਿੰਦਾ ਵੀ ਮੇਰੇ ਕ੍ਰੀਏਸ਼ਨ ਜਿਹੜੀ ਹੈ ਨਾ ਉਹ ਜ਼ਿਆਦਾ। ਔਰ ਜਿਹੜੇ ਪੜ੍ਹਨ ਵਾਲੇ ਹੁੰਦੇ ਜੀ ਮੁੰਡੇ ਕੁੜੀਆਂ, ਉਹ ਵੀ ਰਾਤ ਨੂੰ ਜਲਦੀ ਸੌ ਜਾਂਦੇ ਤੇ ਸਵੇਰੇ ਤੜਕੇ ਉੱਠਦੇ, ਕਦੇ ਵੀ ਉਦੋਂ ਮਨ ਵੀ ਸ਼ਾਂਤ ਹੁੰਦਾ, ਮੈਂ ਤੇ ਮਾਹੌਲ ਵੀ ਸ਼ਾਂਤ ਹੁੰਦਾ। ਮੈਂ MP ਸਿੰਘ ਦੀ ਇਹ ਪ੍ਰੂਵ ਕਰਕੇ ਦੇਖਿਆ ਹੈਗਾ। ਇੱਕ ਤੁਸੀਂ ਛੋਟੀ ਜਿਹੀ ਰਚਨਾ ਜਿਹੜੀ ਹੈ, ਕਹਾਣੀ ਜਿਹੜੀ ਰਾਤ ਨੂੰ ਐਗਜ਼ੌਸਟ ਹੋਏ ਪਏ ਲਿਖ ਕੇ ਦੇਖੋ, ਫਿਰ ਉਸੇ ਨੂੰ ਤੁਸੀਂ ਸਵੇਰੇ ਉੱਠ ਕੇ ਪੜ੍ਹੋਗੇ, ਤੁਹਾਨੂੰ ਉਹ 'ਚ ਕਿੰਨੀਆਂ ਗਲਤੀਆਂ ਨਜ਼ਰ ਆਉਣਗੀਆਂ। ਸੋਚਣੀ ਪਊਗੀ, ਨਹੀਂ, ਹਾਂ, ਤੁਹਾਨੂੰ ਸੋਚਣੀ ਪਏਗੀ ਹੈ, ਠੀਕ ਹੈ ਜੀ। ਔਰ ਜਿਹੜੀ ਚੀਜ਼ ਤੁਸੀਂ ਸਵੇਰੇ ਲਿਖਦੇ ਹੋ, ਲੈਟ ਸੇ ਸਵੇਰੇ 5 ਵਜੇ ਤੋਂ ਲੈ ਕੇ 6 ਵਜੇ 7 ਵਜੇ ਦੇ ਵਿੱਚ ਲਿਖਦੇ ਹੋ, ਫਰੈਸ਼ ਮਾਈਂਡ ਹੋ ਕੇ ਲਿਖਦੇ ਹੋ, ਔਰ ਇੰਨੀ ਐਕੂਰੇਟ ਨਿਕਲਦੀ ਹੈ ਤੁਹਾਡੇ ਦਿਮਾਗ 'ਚੋਂ, ਤੁਹਾਡੇ ਦਿਲ 'ਚੋਂ ਇੰਨੀ ਐਕੂਰੇਟ ਹੋ ਕੇ ਨਿਕਲਦੀ ਹੈ ਕਿ ਲੋਕੀ ਆਸ਼ਿਸ਼ ਕਰੋ। ਫੇਸਬੁੱਕ ਤੇ ਲਿਖਦੇ ਹੋ ਕਿ ਕਿਸੇ ਅਖਬਾਰ ਵਿੱਚ, ਕਿਸੇ ਮੈਗਜ਼ੀਨ ਵਿੱਚ ਵੀ ਛਾਪਦੇ ਹੋ? ਇੰਡੀਆ 'ਚ ਛਾਪਦੇ ਲੋਕੀ, ਮੇਰੇ ਕੋਲ ਪਰਮਿਸ਼ਨ ਲੈ ਲੈਂਦੇ ਵੀ ਸਾਡੇ ਤੇ ਕੋਈ ਮੁਕੱਦਮਾ ਤਾਂ ਨਹੀਂ ਕਰੇਗਾ। ਅਖਬਾਰਾਂ ਰਸਾਲਿਆਂ ਵਿੱਚ? ਹਾਂਜੀ, ਉੱਥੇ ਵੀ ਛਾਪਦੇ ਨੇ। ਠੀਕ ਹੈ। ਤੇ ਬਾਕੀ ਕਈ ਵੈਸੇ ਕਹਿ ਦਿੰਦੇ ਕਿ ਸਾਡੇ ਕੋਲ ਕਾਪੀਰਾਈਟ ਵਾਸਤੇ ਜਾਂ ਸਾਨੂੰ ਪੇ ਕਰਨ ਵਾਸਤੇ ਪੈਸੇ ਨਹੀਂ ਹੈਗੇ। ਫਿਰ ਮੈਂ ਕਿਹਾ ਮੈਂ ਪੈਸਿਆਂ ਵਾਸਤੇ ਲਿਖ ਵੀ ਨਹੀਂ ਰਿਹਾ। ਤੁਹਾਡੀਆਂ ਕੁਝ ਕਹਾਣੀਆਂ ਤੇ ਸ਼ਾਰਟ ਮੂਵੀਜ਼ ਵੀ ਬਣੀਆਂ ਹੈਗੀਆਂ। ਕਿਹੜੀ ਕਹਾਣੀ ਬਾਰੇ? ਇੱਕ ਜੀ ਉਹਦੇ ਤੇ ਵਾਈਟ ਹਿਲਸ ਵਾਲਿਆਂ ਨੇ ਨਾ, ਜਿਹੜੇ ਆ ਮੂਵੀਆਂ ਕਾਫੀਆਂ ਬਣਾਉਂਦੇ ਹੈਗੇ ਆ, ਜਰਨੈਲ ਸਿੰਘ ਤੇ ਇੱਕ ਜਨਜੋਤ ਸਿੰਘ ਕਰਕੇ ਇੱਕ ਪ੍ਰੋਡਿਊਸਰ ਆ, ਉਹਨੇ ਬਣਾਈ ਸੀ ਸ਼ੁਕਰ ਦਾਤਿਆ ਦੀ। ਉਹ ਕੰਡਕਟਰ ਹੁੰਦਾ ਇੱਕ, ਉਹ ਬੱਸ ਦੇ ਛੱਤ ਤੇ ਬੈਠੇ ਸਵਾਰੀਆਂ ਕੋਲ ਜਾਂਦਾ ਹੈਗਾ, ਮੰਗਦਾ ਪੈਸੇ, ਹੈ ਨਾ, ਵੀ ਤੁਸੀਂ ਦਿਓ, ਤੇ ਇੱਕ ਟਿਕਟ ਵਾਸਤੇ, ਤੇ ਇੱਕ ਨਾ ਪ੍ਰਚਾਰਕ ਹੁੰਦਾ ਅੱਜ, ਉਹਨੂੰ ਡੈਲੀਬਰੇਟਲੀ ਜਾਣਬੁੱਝ ਕੇ 10 ਰੁਪਏ ਵਾਧੂ ਦੇ ਦਿੰਦਾ, ਠੀਕ ਹੈ ਜੀ। ਉਹਨੂੰ ਇਸ ਤਰ੍ਹਾਂ ਸ਼ੋ ਕਰਦਾ ਮੇਰੇ ਕੋਲ ਗਲਤੀ ਨਾਲ ਦਿੱਤੇ ਗਏ। ਤੇ ਉਹ ਮੁੜ ਕੇ ਜਦੋਂ ਉਤਰਨ ਲੱਗਦਾ, ਉਹ ਪ੍ਰਚਾਰਕ ਜਿਹੜਾ ਜਾਂ ਗ੍ਰੰਥੀ ਕਹਿ ਲਓ ਜਾਂ ਗੁਰੂ ਘਰ ਦਾ ਜਿਹੜਾ ਸੇਵਕ ਹੈ, ਉਹ ਕਹਿੰਦਾ ਵੀ ਆਹ ਲੈ ਲੈ ਵੀ 10 ਰੁਪਏ ਤੂੰ ਵੱਧ ਦਿੱਤੇ ਸੀ, ਤੇਰੇ ਕੋਲ ਦਿੱਤੇ ਗਏ ਆ। ਉਹ ਕਹਿੰਦਾ ਮੈਂ ਵੱਧ ਦਿੱਤੇ ਨਹੀਂ ਗਏ, ਮੈਂ ਜਾਣ ਕੇ ਦਿੱਤੇ ਸੀ, ਕਿ ਜਿਹੜਾ ਇਹ ਵੇਖਣ ਲਈ ਕਿ ਜਿਹੜਾ ਬੰਦਾ ਗੁਰੂ ਘਰ 'ਚ ਇੰਨਾ ਪ੍ਰਵਚਨ ਕਰਦਾ, ਇੰਨੀਆਂ ਸਿੱਖਿਆਵਾਂ ਦਿੰਦਾ, ਐਕਚੁਅਲ ਲਾਈਫ ਪ੍ਰੈਕਟੀਕਲ ਵੀ ਹੈਗਾ। ਹਾਂਜੀ। ਤੇ ਉਹ ਮੁੜ ਕੇ ਨਾ ਉਹਦੇ ਚਿਹਰੇ 'ਤੇ ਇੱਕ ਸਟਰਗਲ ਦਿਖਾਈ ਹੈ, ਮਤਲਬ ਡਾਇਰੈਕਸ਼ਨ ਵੀ ਇੱਕ ਬੜੀ ਯੂਨੀਕ ਚੀਜ਼ ਹੈ। ਉਹ 10 ਰੁਪਏ ਦੇ ਕੇ ਜਦੋਂ ਵਾਧੂ ਜਾਂਦਾ ਤੇ ਉਹਦੇ 'ਚ ਮਨ 'ਚ ਕਸ਼ਮਕਸ਼ ਚੱਲਦੀ ਕਿ ਮੈਂ ਵਾਪਸ ਕਰਾਂ ਕਿ ਆਪਣੇ ਕੋਲ ਰੱਖ ਲਾਂ, ਠੀਕ ਹੈ ਜੀ। ਉਹ ਕਸ਼ਮਕਸ਼ ਜਿਹੜੀ ਆ ਉਹ ਵਿਖਾਈ ਹੈ ਉਹਦੇ 'ਤੇ। ਔਰ ਜਦੋਂ ਉਹ ਬੱਸ 'ਚ ਵਾਪਸ ਕਰਕੇ ਉਹ ਬੱਸ ਦੂਰ ਚਲ ਜਾਂਦੀ ਹੈ, ਤੇ ਉਹ ਫਿਰ ਸ਼ੁਕਰ ਕਰਦਾ ਕਿ ਪਰਮਾਤਮਾ ਅੱਜ ਤਿਲਕ ਨੂੰ ਬਚਾ ਲਿਆ ਤੂੰ, ਗਲਤੀ ਹੋ ਜਾਣੀ ਸੀ, ਅੱਜ ਆਪਣੇ ਬੰਦੇ ਕੋਲੋਂ, ਬੱਚੇ ਕੋਲੋਂ ਜਾਂ ਆਪਣੇ ਸੇਵਕ ਨੂੰ ਤਿਲਕਣ ਤੋਂ ਬਚਾ ਲਿਆ ਹੈਗਾ। ਤੇ ਮੈਂ ਸੋਚਿਆ ਸੀ, ਮੈਂ ਕਿਹਾ ਇਨਸਾਨ ਕਈ ਜਗ੍ਹਾ ਤੇ ਤਿਲਕਦਾ ਦੇ ਇੱਦਾਂ ਆਮ ਹੁੰਦੀ ਹੈ ਜ਼ਿੰਦਗੀ ਦੇ ਵਿੱਚ। ਇੱਕ ਇਸ ਪੈਸੇ ਦੇ ਮਾਮਲੇ 'ਚ ਨਹੀਂ, ਹੋਰ ਕਈ ਮਾਮਲੇ 'ਚ ਤਿਲਕ ਪੈਂਦਾ। ਤੇ ਉਹ ਪਰਮਾਤਮਾ 'ਚ ਅਗਰ ਤੁਹਾਡਾ ਵਿਸ਼ਵਾਸ ਹੈਗਾ, ਜੇ ਤੁਹਾਡੇ
ਹੰਗ ਸੰਗ ਰਹਿੰਦਾ ਹੈਗਾ ਤਾਂ ਤੁਹਾਨੂੰ ਜ਼ਰੂਰ ਤਿਲਕਣ ਤੋਂ ਬਚਾਉਂਦਾ ਹੈਗਾ। ਉਹ ਮੈਂ ਕਹਾਣੀ ਲਈ ਸੀ ਕਹਾਣੀ ਕਈ ਇਹ ਮਨੋਕਲਪਤ ਕਹਾਣੀਆਂ ਸਾਰੀਆਂ ਹੁੰਦੀਆਂ ਜਾਂ ਨਹੀਂ ਹੁੰਦੀ ਕਿਸੇ ਨਾ ਕਿਸੇ ਨੂੰ ਵਾਪਰੀ ਹੁੰਦੀ ਹੈ ਜੀ। ਮਨੋਕਲਪਤ ਨਹੀਂ ਮਨੋਕਲਪਤ ਇਹ ਹੈ ਕਿ ਜਦੋਂ ਤੁਸੀਂ ਕਮੈਂਟਸ ਪੜ੍ਹਦੇ ਹੋਣੇ ਹੋ ਉੱਥੇ ਥੱਲੇ, ਹਰਪ੍ਰੀਤ ਜੀ ਇਹ ਤਾਂ ਸਾਨੂੰ ਲੱਗਿਆ ਕਿ ਜਿਸ ਸਾਡੀ ਕਹਾਣੀ ਤੁਸੀਂ ਕਰ ਦਿੱਤੀ। ਮੇਰੇ ਨਾਲ ਵੀ ਇਸ ਤਰ੍ਹਾਂ ਇੱਕ ਵਾਰੀ ਉੱਥੇ ਹੋਇਆ ਸੀ, ਇਸ ਤਰ੍ਹਾਂ ਹੂ ਬਹੂ ਇਹੋ ਕਹਾਣੀ ਹੋਈ ਸੀ। ਕੋਈ ਬੱਚਿਆਂ ਦੀ ਨਾਲ ਸਟਰਗਲ ਬਾਰੇ ਲਿਖੀ ਆ, ਹਾਂ ਜੀ ਮੇਰਾ ਇੱਕ ਰਿਸ਼ਤੇਦਾਰ ਹੈਗਾ ਉਹਦੇ ਨਾਲ ਇਸ ਤਰ੍ਹਾਂ ਹੋਈ ਹੈ, ਠੀਕ ਹੈ ਜੀ। ਕੋਈ ਹੋਰ ਚੀਜ਼ ਦੱਸੀ ਹੈਗੀ, ਕੋਈ ਇੰਪਲੋਇਮੈਂਟ ਤੇ ਕੋਈ ਤੰਗ ਕਰਦਾ ਕਿਸੇ ਬੱਚੀ ਨੂੰ ਜਾਂ ਮੈਂ ਮਨੋਕਲਪਤ ਤਾਂ ਗੱਲ ਕੀਤੀ ਸੀ ਜਿਹੜੀ ਅਸਲ 'ਚ ਲੰਬੀ ਕਹਾਣੀ ਆ ਨਾ। ਮੈਂ ਬਹੁਤ ਸਾਰੇ ਕਹਾਣੀਕਾਰਾਂ ਨਾਲ ਮੇਰਾ ਸਿੱਧਾ ਵਾਸਤਾ ਰਿਹਾ, ਨਾਵਲਕਾਰਾਂ ਨਾਲ ਵੀ ਰਿਹਾ ਹੈਗਾ। ਉਹ ਮਨੋਕਲਪਤ ਕਹਾਣੀਆਂ ਪਲਾਟ ਜਦੋਂ ਲਿਖਦੇ ਹੈਗੇ ਆ ਤੇ ਉਦੋਂ ਬਹੁਤ ਘੱਟ ਚਾਂਸ ਹੁੰਦੇ ਆ ਕਿ ਉਹਦਾ ਪਾਤਰ ਜਿਹੜਾ ਉਹ ਦੂਜਾ ਬੰਦਾ ਪੜ੍ਹ ਕੇ ਮਹਿਸੂਸ ਕਰੇ ਕਿ ਇਹ ਪਾਤਰ ਤਾਂ ਮੈਂ ਹੀ ਆ, ਮੁੱਖ ਪਾਤਰ ਜਾਂ ਕੋਈ ਸਹਾਇਕ ਪਾਤਰ। ਪਰ ਜਿਹੜੀ ਛੋਟੀ ਕਹਾਣੀ ਜਦੋਂ ਚੱਲੀ ਸੀ ਨਾ ਜੀ, ਜਿੱਦਾਂ ਇਹ ਕਹਾਣੀਆਂ ਤੁਸੀਂ ਲਿਖਦੇ ਹੋ ਥੋੜੇ ਸ਼ਬਦਾਂ ਦੇ ਵਿੱਚ, ਥੋੜੀ ਗੱਲ ਵਿੱਚ ਵੱਡੀ ਗੱਲ ਨੂੰ ਥੋੜੇ ਸ਼ਬਦਾਂ 'ਚ ਸਮੇਟਣ ਦੀ ਗੱਲ, ਉਦੋਂ ਇਹ ਹੁੰਦਾ ਸੀਗਾ ਕਿ ਵੱਡਾ ਪਲਾਟ ਹੈ ਪਰ ਉਹਨੂੰ ਸੰਖੇਪ ਕਰਕੇ ਤੁਸੀਂ ਬਿਆਨ ਕਰ ਦਿੱਤਾ, ਲਿਖ ਦਿੱਤਾ, ਤੇ ਉਹ ਆਲੇ ਦੁਆਲੇ ਚਲੀਆਂ ਜਾਂਦੀਆਂ ਸੀ ਕਹਾਣੀਆਂ। ਉਹ ਲੇਖਕ ਜਿਹੜਾ ਸੀ ਉਹ ਸੋਚਦਾ ਸੀ ਕਿ ਅੱਜ ਇਹ ਘਟਨਾ ਵਾਪਰੀ ਹੈ, ਇਹਨੂੰ ਮੈਂ ਕਿਵੇਂ ਅੰਕਿਤ ਕਰਨਾ, ਲਫ਼ਜ਼ਾਂ ਦੇ ਵਿੱਚ ਕਿਵੇਂ ਲੈ ਕੇ ਆਉਣਾ। ਹੁਣ ਮੇਰਾ ਸਵਾਲ ਹੈ ਜੀ ਕਿ ਤੁਸੀਂ ਦੱਸ ਦਿੱਤਾ ਕਿ ਸਵੇਰੇ ਤੜਕਸਾਰ ਜਿਹੜਾ ਉਹ ਵਧੀਆ ਮੌਕਾ ਹੁੰਦਾ, ਕੌਫੀ ਆਪੇ ਬਣਾ ਲੈਣੀ ਤੇ ਕੌਫੀ ਦੇ ਸਿਪ ਵੀ ਕਰੀ ਜਾਣੀ ਤੇ ਨਾਲ ਨਾਲ ਲਿਖੀ ਜਾਣਾ। ਕਾਗਜ਼ ਪੈਨਸਲ ਨਾਲ ਲਿਖਦੇ ਹੋ ਜਾਂ ਫਿਰ ਡਾਇਰੈਕਟ ਹੀ ਟਾਈਪ ਕਰਦੇ? ਹਾਂਜੀ, ਅੱਜ ਕੱਲ੍ਹ ਤੇ ਇਸ ਤਰ੍ਹਾਂ ਦੀਆਂ ਫੈਸਿਲਿਟੀਜ਼ ਹੈਗੀਆਂ। ਤੁਹਾਡੇ ਕੋਲ ਸੌਫਟਵੇਅਰ ਕਈ ਐਸੇ ਹੈਗੇ ਨੇ, ਤੁਹਾਡੇ ਕੋਲ ਕਈ ਪੈਕੇਜਸ ਐਸੇ ਹੈਗੇ ਆ ਕਿ ਤੁਹਾਡੇ ਸਾਹਮਣੇ ਇੱਕ ਕਾਗਜ਼ ਆ ਜਾਂਦਾ ਜੀ ਕੰਪਿਊਟਰ ਸਕਰੀਨ ਤੇ, ਤੁਸੀਂ ਜੋ ਟਾਈਪ ਕਰੋ ਉਹਦੇ 'ਚ ਆ ਜਾਂਦਾ ਸਾਰਾ ਕੁਝ। ਕੰਪਿਊਟਰ ਤੇ ਕਰਦੇ? ਕੰਪਿਊਟਰ ਤੇ, ਹਾਂਜੀ, ਲੈਪਟਾਪ ਤੇ, ਠੀਕ ਹੈ ਜੀ। ਤੇ ਉਹ ਚੀਜ਼ ਜਿਹੜੀ ਹੈ ਨਾ ਉਹ ਬੜੀ ਸੌਖੀ ਹੁੰਦੀ ਹੈ। ਡਾਇਰੈਕਟ ਹੀ ਕਰ ਦਿੰਦੇ ਫੇਸਬੁੱਕ ਤੇ ਟਾਈਪ? ਨਹੀਂ ਫੇਸਬੁੱਕ ਤੇ ਨਹੀਂ, ਉਹ ਤੇ ਇੱਕ ਕਰਕੇ ਬਾਅਦ ਉਹਨੂੰ ਥੋੜਾ ਕਰਕੇ ਉਹਨੂੰ ਰੈਕਟੀਫਾਈ ਕਰਕੇ ਸੋਧ ਕਰਕੇ ਉਹਨੂੰ ਪ੍ਰੂਫ ਰੀਡਿੰਗ ਕਰਕੇ ਜਿਹੜੀ ਚੀਜ਼ ਮੈਨੂੰ ਲੱਗੇ। ਅੱਛਾ, ਇੱਕ ਚੀਜ਼ ਤੁਹਾਨੂੰ ਦੱਸਦਾ ਬੜਾ ਯੂਨੀਕ ਚੀਜ਼ ਹੈ ਕਿ ਜਦੋਂ ਤੁਸੀਂ ਆਪ ਲਿਖਦੇ ਹੋ ਨਾ, ਇੱਕ ਵਾਰੀ ਤੁਹਾਨੂੰ ਐਜ਼ ਏ ਲੇਖਕ ਲਿਖਣੀ ਪੈਂਦੀ ਹੈਗੀ ਕਹਾਣੀ, ਫਿਰ ਐਜ਼ ਏ ਪਾਠਕ ਪੜ੍ਹਨੀ ਪੈਂਦੀ ਹੈਗੀ, ਠੀਕ ਹੈ ਜੀ। ਔਰ ਇਹ ਜਦੋਂ ਤੁਸੀਂ ਐਜ਼ ਏ ਪਾਠਕ ਪੜ੍ਹਦੇ ਹੋ ਨਾ, ਫਿਰ ਤੁਹਾਨੂੰ ਲੇਖਕ ਦੀਆਂ ਗਲਤੀਆਂ ਪਤਾ ਲੱਗਦੀਆਂ ਹੈਗੀਆਂ ਨੇ। ਚਾਹੇ ਦੋਨੋਂ ਚੀਜ਼ਾਂ ਮੈਂ ਆਪ ਹੀ ਆ, ਖੁਦ ਹੀ ਆ, ਲੇਕਿਨ ਮੈਨੂੰ ਪਤਾ ਲੱਗ ਜਾਂਦਾ ਹੈਗਾ ਕਿ ਆਹ ਚੀਜ਼ ਜਿਹੜੀ ਪੜ੍ਹਨ ਵਾਲੇ ਜਜ਼ਬਾਤਾਂ ਦੀ ਗੱਲ ਹੁੰਦੀ ਵੀ ਬਤੌਰ ਲੇਖਕ ਤੁਸੀਂ ਜੋ ਆਪਦੇ ਜਜ਼ਬਾਤ ਜਿਹੜੇ ਦੱਸ ਦਿੱਤੇ, ਪਰ ਬਤੌਰ ਪਾਠਕ ਜਜ਼ਬਾਤ ਤੁਹਾਡੇ ਪਾਠਕ, ਹਾਂਜੀ, ਮੈਨੂੰ ਇਹ ਪਤਾ ਹੁੰਦਾ। ਅੱਛਾ, ਮੈਂ ਐਕਸਪਲੇਨ ਕੀਤੀ ਚੀਜ਼, ਲੇਕਿਨ ਜਿਹੜਾ ਇੱਕ ਪਾਠਕ ਹੈ ਨਾ ਉਹਨੂੰ ਇਹ ਚੀਜ਼ ਅੱਛੀ ਨਹੀਂ ਲੱਗਦੀ। ਪੰਜਾਬੀ ਦੇ ਇੱਕ ਬਹੁਤ ਪ੍ਰਸਿੱਧ ਘਮੱਕੜ ਸਾਹਿਤਕਾਰ ਹੋਏ ਜੀ ਦਵਿੰਦਰ ਸਤਿਆਰਥੀ। ਹਾਂਜੀ, ਦਵਿੰਦਰ ਸਤਿਆਰਥੀ ਨੂੰ ਮਿਲਣ ਦਾ ਮੌਕਾ ਮਿਲਿਆ ਜੀ ਮੈਨੂੰ, ਉਹਨਾਂ ਨੂੰ ਦਿੱਲੀ ਉਹਨਾਂ ਦੇ ਘਰ। ਮੈਂ ਇੱਕ ਮੈਗਜ਼ੀਨ ਕੱਢਦਾ ਸੀ ਸਰਦਲ, ਪੰਜਾਬੀ ਲਿਟਰੇਰੀ ਮੈਗਜ਼ੀਨ, ਔਰ ਉਹਦੇ ਵਿੱਚ ਅਸੀਂ ਵੱਖਰੇ ਵੱਖਰੇ ਕਹਾਣੀਕਾਰਾਂ ਨੂੰ, ਨਾਵਲਕਾਰਾਂ ਨੂੰ, ਕਵੀਆਂ ਨੂੰ, ਉਹਨਾਂ ਦੀ ਇੰਟਰਵਿਊ ਵੀ ਛਾਪਦੇ ਸੀ, ਉਹਨਾਂ ਦੀ ਲਿਖਤਾਂ ਨੂੰ ਵੀ ਛਾਪਦੇ ਸੀ। ਮੇਰੇ ਦਿਮਾਗ 'ਚ ਵੀ ਚਲੋ ਉਹਨਾਂ ਨੂੰ ਮਿਲੀਏ, ਸਤਿਆਰਥੀ ਨੂੰ ਮਿਲੀਏ। ਦਿੱਲੀ ਮੈਂ ਗਿਆ ਹੋਇਆ ਸੀ, ਜਦੋਂ ਉਹਨਾਂ ਦੇ ਘਰ ਮੈਂ ਗਿਆ ਉਹ ਕਹਿੰਦੇ ਵੀ ਬਹੁਤ ਚੰਗਾ ਹੋ ਗਿਆ ਤੂੰ ਆ ਗਿਆ, ਮੈਨੂੰ ਤੇਰੀ ਬਹੁਤ ਲੋੜ ਸੀ। ਮੈਂ ਕੀ ਲੋੜ ਸੀ? ਕਹਿੰਦੇ ਯਾਰ ਮੈਂ ਨਾਵਲ ਲਿਖਦਾ ਪਿਆ, ਹਾਂਜੀ, ਇੱਕ ਆਪਦਾ ਸਫ਼ਰਨਾਮਾ ਜਿਹਾ ਲਿਖਦਾ ਪਿਆ ਵਾਂ, ਇਹਦੇ 'ਚ ਮੈਨੂੰ ਤੇਰੀ ਮਦਦ ਦੀ ਲੋੜ ਹੈ। ਹੁਣ ਉਹਨੇ ਉਹੀ ਗੱਲ ਕਹੀ ਜਿਹੜੀ ਤੁਸੀਂ ਕਹਿੰਦੇ ਪਏ। ਉਹ ਕਹਿੰਦੇ ਮੈਂ ਬਤੌਰ ਲੇਖਕ ਲਿਖ ਲਈ, ਪਰ ਮੈਂ ਹੁਣ ਆਪ ਹੀ ਪੜ੍ਹਾਂ ਤੇ ਮੈਨੂੰ ਲੱਗਦਾ ਕਿ ਮੈਨੂੰ ਲੇਖਕ ਰਹਿਣਾ ਚਾਹੀਦਾ ਕਿ ਪਾਠਕ ਰਹਿਣਾ ਚਾਹੀਦਾ। ਅੱਛਾ ਜੀ, ਤੂੰ ਬਤੌਰ ਪਾਠਕ ਮੇਰੀ ਮਦਦ ਕਰ ਵੀ ਆਹ ਗੱਲ ਠੀਕ ਆ ਤੇ ਆਪਾਂ ਉਹਨੂੰ ਕੰਟੀਨਿਊ ਕਰ ਲਾਂਗੇ, ਨਹੀਂ ਤੇ ਉਹਨੂੰ ਆਪਾਂ ਜੋ ਉਹ 'ਚ ਚੇਂਜ ਕਰਨੀ ਵੀ ਕਰਨੀ। ਮੈਂ ਗਿਆ ਤਾਂ ਸੀਗਾ ਜੀ ਵੀ ਚੱਲ ਬਜ਼ੁਰਗ ਹੈਗੇ ਆ, ਸਾਹਿਤਕਾਰ ਵੱਡੇ ਹੈਗੇ ਆ, ਸਿਰਫ ਚਰਨ ਸਪਰਸ਼ ਕਰਨ ਦੀ ਖਾਤਰ ਹੀ ਗਿਆ ਮੈਂ, ਵੀ ਜਾ ਕੇ ਗੋਡੇ ਗੋਡੇ 10 ਮਿੰਟ ਬਹਿ ਆਵਾਂਗੇ, ਉਹਨਾਂ ਦੇ ਨਾਲ ਕੋਈ ਦੁੱਖ ਸੁੱਖ ਦੀ ਗੱਲ ਖੋਲਾਂਗੇ। ਮੈਨੂੰ ਉਹਨਾਂ ਦੇ ਘਰ 4 ਦਿਨ ਰਹਿਣਾ ਪਿਆ। 4 ਦਿਨ ਰਹਿਣਾ ਪਿਆ। 4 ਦਿਨ ਰਹਿ ਕੇ ਮੈਂ ਉਹਨਾਂ ਦੀ ਲਿਖਤ ਨੂੰ ਸਾਰੀ ਨੂੰ ਪੜ੍ਹਿਆ ਬਤੌਰ ਲੇਖਕ, ਜੋ ਉਹਨਾਂ ਲਿਖਿਆ ਸੀ, ਤੇ ਮੈਂ ਪਾਠਕ ਦੇ ਤੌਰ ਤੇ ਦੇਖਿਆ ਕਿ ਇਹ ਕੀ ਕਹਿਣਾ ਚਾਹੁੰਦੇ ਆ। ਮੈਂ ਚੇਂਜ ਨਹੀਂ ਕੁਛ ਵੀ ਕਰਵਾਇਆ ਉਹਨਾਂ ਨੂੰ, ਪਰ ਉਹ ਦੇਖੋ ਕਿੰਨੇ ਸੀਗੇ, ਉਹ ਝੱਟ ਤਾੜ ਜਾਂਦੇ ਸੀ ਮੇਰੇ ਚਿਹਰੇ ਦੇ ਹਾਵ ਭਾਵ ਤੋਂ ਕਿ ਇਹ ਗੱਲ ਇਹਨੂੰ ਪਚ ਰਹੀ ਹੈ ਕਿ ਨਹੀਂ ਪਚ ਰਹੀ, ਇਹਨੂੰ ਚੰਗੀ ਲੱਗ ਰਹੀ ਕਿ ਨਹੀਂ ਲੱਗ ਰਹੀ। ਉਸੇ ਵੇਲੇ ਚੇਪੀ ਲਾਉਂਦੇ ਸੀ, ਉਹਨਾਂ ਦੇ ਕੁੱਟ ਕੇ ਰੱਖੀਆਂ ਚੇਪੀਆਂ ਜੀ, ਉਹਦੇ ਤੇ ਉਹਨਾਂ ਨੇ ਦੁਬਾਰਾ ਖੁਸ਼ਕਤ, ਹੈਂਡਰਾਈਟਿੰਗ ਬਹੁਤ ਪਿਆਰਾ ਉਹਨਾਂ ਦਾ, ਖੁਸ਼ਕਤ ਕਰਕੇ ਉਹਨਾਂ ਦੁਬਾਰਾ ਲਿਖ ਦੇਣਾ, ਬਹੁਤ ਹੀ ਵਧੀਆ। ਸੋ ਮਤਲਬ ਇਹ ਇੱਕ ਲੇਖਕ ਤੇ ਜਿਹੜਾ ਪਾਠਕ ਹੈ, ਉਹਦਾ ਜਿਹੜਾ ਜਿਸ ਵਿਅਕਤੀ ਦੇ ਕੋਲ ਇਹ ਦੋਨੋਂ ਗੁਣ ਹੋਣ ਤੇ ਉਹਦਾ ਮੈਂ ਕਹਿਣਾ ਲੱਗਾ ਸੀ ਉਹਦੇ ਲਈ ਸੌਖਾ ਹੁੰਦਾ ਆਪਦੀ ਗੱਲ ਨੂੰ ਪ੍ਰਜੈਂਟ ਕਰਨ ਦਾ। ਕੋਈ ਏਦਾਂ ਦਾ ਇਨਸੀਡੈਂਟ ਦੱਸੋ ਜੀ ਜਿਹੜੀ ਤੁਹਾਡੀ ਕਹਾਣੀ
ਦਾ ਵਿਸ਼ਾ ਬਣ ਗਿਆ ਤੇ ਉਹ ਇਦਾਂ ਦਾ ਬਣਿਆ ਵੀ ਤੁਹਾਨੂੰ ਚਿੱਤੇ ਵੀ ਨਹੀਂ ਸੀ ਕਿ ਇਹ ਕਹਾਣੀ ਬਣ ਜੂ ਤੇ ਲੋਕਾਂ 'ਚ ਹਰਮਨ ਪਿਆਰੀ ਹੋ ਜੂ। ਮੈਂ ਜੀ ਇੱਥੇ IGA ਇੱਕ ਹੁੰਦਾ ਸੀ ਸਟੋਰ ਹੁੰਦਾ ਸੀ, ਕੈਨੇਡਾ ਦੇ ਸਟੋਰਾਂ ਦੇ ਨਾਲ ਲੈਂਦੇ ਹੋ ਤੁਸੀਂ? ਲਿਖਣੀ ਸ਼ੁਰੂ ਇੱਥੇ ਕੀਤੀ ਗੱਲ? ਇੱਥੇ ਸ਼ੁਰੂ ਕੀਤੀ ਮੈਂ, ਬਹੁਤ ਪੁਰਾਣਾ ਬੈਕ ਹੋਮ ਨਹੀਂ ਸੀ ਲਿਖਦੇ? ਅੱਛਾ ਠੀਕ ਹੈ। ਉਹ ਵੀ ਇੱਕ ਡਿਫਰੈਂਟ ਸਟੋਰੀ ਹੈ ਕਿ ਕਿਸ ਤਰ੍ਹਾਂ ਸ਼ੁਰੂ ਕੀਤੀ। ਮੇਰੇ ਫਾਦਰ ਸਾਹਿਬ ਦੀ ਡੈਥ ਹੋਈ ਹੈ February 2015 'ਚ, ਤੇ ਜਦੋਂ ਉਹਨਾਂ ਦਾ ਸੰਸਕਾਰ ਕਰਨ ਤੋਂ ਬਾਅਦ ਭੋਗ ਪਾਤਾ ਸਾਰਾ ਕੁਝ ਹੋ ਗਿਆ, ਫਿਰ ਮੈਂ ਉਹਨਾਂ ਦੀਆਂ ਚੀਜ਼ਾਂ ਫਰੋਲਣੀਆਂ ਸ਼ੁਰੂ ਕੀਤੀਆਂ। ਕਈ ਮੈਨੂੰ ਐਸੀਆਂ ਲਿਖਤਾਂ ਵਿੱਚੋਂ ਲੱਭੀਆਂ, ਉਹ ਮੈਨੂੰ ਉਸ ਵੇਲੇ ਪਤਾ ਲੱਗਾ ਕਿ ਮੇਰੇ ਬਾਪ ਤੇ ਲਿਖਤੇ ਬਹੁਤ ਸੋਹਣੇ ਸੀ। ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਜਦੋਂ ਮੈਂ ਪੜ੍ਹਿਆ ਉਹਨਾਂ ਦੀਆਂ ਸਾਰੀਆਂ, ਤੇ ਫਿਰ ਮੈਂ ਕਿਹਾ ਵੀ ਇੱਥੇ ਤੇ ਫਾਦਰ ਤੇ ਡੈਥ ਹੋ ਗਈ ਹੈ। ਠੀਕ ਹੈ ਜੀ। ਤੇ ਬੀਇੰਗ ਏ ਸਨ, ਬੀਇੰਗ ਏ ਇੱਕ ਪੁੱਤਰ, ਮੇਰਾ ਫਰਜ਼ ਬਣਦਾ ਕਿ ਇਸ ਚੀਜ਼ ਨੂੰ ਅੱਗੇ ਕੈਰੀ ਫਾਰਵਰਡ ਕੀਤਾ ਜਾਏ। ਹੁਣ ਮੈਨੂੰ ਸੀ ਵੀ ਕੈਰੀ ਫਾਰਵਰਡ ਕਿੱਦਾਂ ਕੀਤਾ ਜਾਏ। ਠੀਕ ਹੈ ਜੀ। ਤੇ ਫਿਰ ਮੈਂ ਫੇਸਬੁੱਕ 'ਤੇ ਕਈ ਜਗ੍ਹਾ 'ਤੇ ਕਹਾਣੀਆਂ ਕਈ ਲੇਖਕ ਦੇਖਦਾ ਹੁੰਦਾ ਸੀ, ਉਹਨਾਂ ਨੂੰ ਬਹੁਤ ਲੋਕੀ ਲਾਈਕ ਕਰਦੇ ਹੁੰਦੇ ਸੀ। ਮੈਂ ਕਿਹਾ ਚਲੋ ਮੈਂ ਵੀ ਲਿਖ ਕੇ ਦੇਖਦਾ। ਹਾਂਜੀ, ਐਜ਼ ਐਕਸਪੈਰੀਮੈਂਟ। ਠੀਕ ਹੈ ਜੀ। ਕੀਤਾ, ਮੈਨੂੰ ਖੁਦ ਨੂੰ ਵੀ ਚੰਗਾ ਲੱਗਾ, ਪੜ੍ਹਨ ਵਾਲੇ ਨੂੰ ਚੰਗਾ ਲੱਗਾ। ਠੀਕ ਹੈ ਜੀ। ਹਾਲਾਂਕਿ ਪਰਫੈਕਸ਼ਨ ਬਾਈ ਦ ਪੈਸੇਜ ਆਫ ਟਾਈਮ ਆ ਜਾਂਦੀ ਹੈ ਤੁਹਾਡੇ 'ਚ। ਉਸ ਟਾਈਮ 'ਤੇ ਅਗਰ ਮੈਂ ਹੁਣ ਪੜ੍ਹਦਾ ਹੈਗਾ ਤਾਂ ਮੈਨੂੰ ਲੱਗਦਾ ਕਿ ਉਸ ਟਾਈਮ 'ਤੇ ਇਮੈਚੁਰਿਟੀ ਜ਼ਿਆਦਾ ਸੀ। ਠੀਕ ਹੈ ਜੀ। ਚਲੋ 5 ਸਾਲ ਦੀ ਹਾਂਜੀ ਸ਼ੁਰੂਆਤ ਸੀ। ਬਾਅਦ 'ਚ ਮੈਨੂੰ ਸ਼ੌਕ ਬਣ ਗਿਆ, ਐਕਸਪੈਰੀਮੈਂਟ ਜਿਹੜਾ ਮੇਰਾ ਸ਼ੌਕ ਬਣ ਗਿਆ। ਠੀਕ ਹੈ ਜੀ। ਔਰ ਸ਼ੌਕ ਬਣਨ ਤੋਂ ਬਾਅਦ ਹੁਣ ਜਦੋਂ ਮੈਂ 1-2 ਦਿਨ ਵੀ ਨਹੀਂ ਲਿਖਦਾ ਤੇ ਮੈਨੂੰ ਲੋਕੀ ਇਨਬੌਕਸ ਕਰਦੇ ਕਿ ਤੁਹਾਨੂੰ ਠੀਕ ਹੋ, ਪਰਿਵਾਰ ਠੀਕ ਹੈ, ਸੁੱਖ ਸਾਂਦ ਹੈ, ਤੁਹਾਡੀ ਕੋਈ ਆਈ ਨਹੀਂ ਲਿਖਦਾ। ਫਿਰ ਉਸ ਤੋਂ ਬਾਅਦ ਮੈਨੂੰ ਹੁਣ ਲੱਗਦਾ ਹੈ ਕਿ ਇਹ ਮੈਂਡੇਟਰੀ ਜ਼ਰੂਰਤ ਬਣ ਗਈ ਹੈ। IGA ਬੜੀ ਚੰਗੀ ਗੱਲ ਸੀ। IGA ਮੈਂ ਗਿਆ ਜੀ, ਮੈਨੂੰ ਘਰੋਂ ਫੋਨ ਆਇਆ ਕਿ ਸੇਬ ਲੈ ਕੇ ਆਓ ਜੀ। ਮੇਰੀ ਨਾਲੇ ਟਰਾਂਸਕੋਨਾ 'ਚ ਇੱਕ ਸੀ ਅਪੁਆਇੰਟਮੈਂਟ ਸੀ। ਟਰਾਂਸਕੋਨਾ ਹੈ ਅੱਧੇ ਪੌਣੇ ਘੰਟੇ ਦਾ ਰਸਤਾ ਇੱਥੋਂ। ਮੈਂ ਕਿਹਾ ਚਲੋ ਹੁਣੇ ਲੈ ਜਾਂਦੇ ਹਾਂ। ਮੈਂ ਗਿਆ ਅੰਦਰ ਤੇ ਮੈਂ ਸਾਹਮਣੇ ਪਏ ਸੀ ਸੇਬ ਰੈਂਡਮ ਚੱਕ ਕੇ ਲਿਫਾਫੇ 'ਚ ਪਾਏ ਤੇ ਤੁਰਨ ਲੱਗਾ। ਮੇਰੇ ਨਾਲ ਇੱਕ ਗੋਰਾ ਸੀ ਖਲੋਤਾ, ਹੱਸਣ ਲੱਗ ਪਿਆ। ਹੁਣ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਵੀ ਟਾਈਮ ਮੇਰੇ ਕੋਲ ਸ਼ਾਰਟ ਸੀ, ਮੈਂ ਕਿਹਾ ਹੱਸਿਆ ਕਿਉਂ ਤੂੰ? ਕਹਿੰਦਾ ਮੈਂ ਤੇਰੀ ਸਿਲੈਕਸ਼ਨ ਪ੍ਰੋਸੈਸ ਦੇਖ ਕੇ ਹੱਸਿਆ ਹੈਗਾ। ਕਹਿੰਦਾ ਤੂੰ ਕਰਦਾ ਕੀ ਹੈ? ਮੈਂ ਕਿਹਾ ਮੈਂ ਰੀਅਲ ਸਟੇਟ ਏਜੰਟ ਹੈਗਾ। ਤੇ ਮੈਂ ਕਿਹਾ ਹੁਣ ਤੂੰ ਪੂਰੀ ਗੱਲ ਦੱਸ ਮੈਨੂੰ ਵੀ ਕੀ ਗੱਲ ਹੋਈ ਹੈ। ਕਹਿੰਦਾ ਮੇਰੀ ਹੁਣ ਏਜ 78 ਸਾਲ ਹੈ। ਮੈਂ ਵੀ ਤੇਰੇ ਵਾਂਗੂ ਬਹੁਤ ਕਾਹਲੀ 'ਚ ਤੇ ਹਵਾ 'ਚ ਉੱਡਦਾ ਫਿਰਦਾ ਸੀ ਜਦੋਂ ਮੈਂ ਤੇਰੀ ਏਜ 'ਚ ਸੀ। ਠੀਕ ਹੈ ਜੀ। ਲੇਕਿਨ ਕਹਿੰਦਾ ਕਿ ਮੈਨੂੰ ਅਹਿਸਾਸ ਹੋਇਆ ਕਿ ਇਸ ਕਾਹਲੀ 'ਚ, ਇਸ ਹਵਾ 'ਚ ਮਾਰੀ ਉਡਾਰੀ ਨੇ ਮੇਰਾ ਕਈ ਕੁਝ ਖੋਹ ਲਿਆ ਹੈਗਾ। ਠੀਕ ਹੈ ਜੀ। ਕਹਿੰਦਾ ਸਭ ਤੋਂ ਪਹਿਲਾਂ ਤਾਂ ਮੈਂ ਕੀਤਾ ਕਿ ਆਪਣਾ ਸ਼ਾਰਟ ਕਰਕੇ ਇੱਕ ਸਟੇਜ ਤੋਂ ਬਾਅਦ ਮੈਂ ਆਪਣਾ ਘਰ ਚੇਂਜ ਕੀਤਾ। ਮੈਂ ਹੁਣ ਕੁਦਰਤ ਦੀ ਗੋਦ 'ਚ ਰਹਿਣਾ ਹੈਗਾ। ਫਿਰ ਦੱਸਿਆ ਉਹਨੇ ਤੇ ਮੈਂ ਉੱਥੋਂ ਰਹਿੰਦਾ ਹੈਗਾ। ਠੀਕ ਹੈ ਜੀ। ਦੂਜਾ ਕਹਿੰਦਾ ਹੈ ਕਿ ਕੁਦਰਤ ਜਿਹੜੀ ਹੈ ਨਾ, ਕੁਦਰਤ ਚਾਹੇ ਇਨਸਾਨ ਆਪਣੀ ਬ੍ਰੇਕ ਨਾ ਵੀ ਲਾਏ, ਆਟੋਮੈਟਿਕਲੀ ਕੁਦਰਤ ਥੋੜੀ ਜਿਹੀ ਬ੍ਰੇਕ ਤੁਹਾਡੀ ਲਾ ਦਿੰਦੀ ਹੈ। ਇਹ ਜਮਦਾ ਕੋਈ ਤੁਹਾਨੂੰ ਕੰਪਲਿਕੇਸ਼ਨ ਕ੍ਰੀਏਟ ਹੋ ਜਾਏਗੀ ਜਾਂ ਠੀਕ ਹੈ ਜੀ। ਇੱਕ ਦੇਖੋ ਹੁਣ ਜੇ 25-26 ਸਾਲ ਦਾ ਬੱਚਾ ਹੈਗਾ, ਮੁੰਡਾ ਹੈਗਾ, ਜੋ ਉਹਦੀ ਪੇਸ ਹੋਈ ਆ ਉਹ 70-75 ਸਾਲ ਵਾਲੀ ਦੀ ਨਹੀਂ ਹੁੰਦੀ। ਠੀਕ ਹੈ ਜੀ। ਹਾਂਜੀ। ਤੇ ਜੇ ਉਹਨੂੰ ਇਮੀਟੇਟ ਕਰੂਗਾ ਤੇ ਨੈਚੁਰਲੀ ਧੋਖਾ ਖਾਊਗਾ ਕਦੇ ਨਾ ਕਦੇ। ਠੀਕ ਹੈ ਜੀ। ਉਹਨੂੰ ਮੈਂ ਇਹ ਗੱਲ ਦੱਸੀ ਤੇ ਉਹ ਮੈਨੂੰ ਕਹਿੰਦਾ ਕਿ ਆਹ ਦੇਖ ਹੁਣ ਮੇਰੇ ਵੱਲ, ਮੈਂ ਸਿਰਫ 3 ਗਿਣਤੀ ਦੇ ਸੇਬ ਲੈਣੇ, ਮੈਂ ਚੁਣ ਕੇ ਸਾਰਾ ਕੁਝ ਕਰਕੇ ਤੇ ਫਿਰ ਲੈ ਰਿਹਾ ਹੈਗਾ। ਲੇਕਿਨ ਤੂੰ ਖਿਆਲ ਰੱਖ, ਕਿਉਂਕਿ ਕਈ ਵਾਰੀ ਸਟੋਰਾਂ ਵਾਲੇ ਡਿਫੈਕਟਿਵ ਮਾਲ ਵੀ ਰੱਖ ਕੇ ਘੱਟ ਕੀਮਤ ਤੇ ਵੈਸੇ ਵੀ ਹੁੰਦੇ ਹੀ ਆ। ਹਾਂਜੀ। ਤੇ ਤੂੰ ਇੱਕ ਵਾਰੀ ਟਰਾਈ ਕਰ। ਮੈਂ MP ਸਿੰਘ ਜੀ ਮੈਨੂੰ ਪੈ ਗਿਆ। ਮੈਂ ਕਿਹਾ ਵੀ ਬਹੁਤ ਵਧੀਆ ਗੱਲ ਕਹੀ ਇਹਨੇ। ਮੈਂ ਦੇਖਾਂ ਸੀ ਸੇਬ, ਮੇਰੇ ਅੱਧੇ ਸੇਬ ਖਰਾਬ ਨਿਕਲੇ। ਅੱਧੇ ਸੇਬ ਖਰਾਬ ਨਿਕਲੇ। ਤਾਂ ਉਸ ਤੋਂ ਬਾਅਦ ਫਿਰ ਮੈਂ ਆਹ ਚੀਜ਼ ਲਿਖੀ। ਮੈਨੂੰ ਸਭ ਤੋਂ ਬੈਸਟ ਉਹਦੀ ਚੀਜ਼ ਇਹ ਲੱਗੀ ਕਿ ਇਸ ਤੋਂ ਪਹਿਲਾਂ ਕਿ ਕੁਦਰਤ ਤੁਹਾਡੀ ਪੇਸ ਨੂੰ ਥੋੜ੍ਹੀ ਜਿਹੀ ਬ੍ਰੇਕ ਲਗਾਏ, ਬੰਦੇ ਨੂੰ ਆਪਣੀ ਕਪੈਸਿਟੀ ਦੇ ਮੁਤਾਬਿਕ ਆਪਣੇ ਆਪ ਨੂੰ ਢਾਲ ਲੈਣਾ ਚਾਹੀਦਾ। ਅਹਿਸਾਸ ਵੀ ਹੁੰਦਾ, ਵੈਸੇ ਅਸੀਂ ਕਰਦੇ ਨੇ। ਹਾਂਜੀ। ਮੇਰਾ ਇੱਕ ਕੁਐਸਚਨ, 2 ਕੁਐਸਚਨ ਲਾਸਟ ਵਿੱਚ ਪੁੱਛੂਗਾ। ਇੱਕ ਜਿਹੜਾ ਮਤਲਬ ਸੈਕੰਡ ਲਾਸਟ ਹੈ ਕੁਐਸਚਨ, ਇਹ ਤੁਹਾਡੀਆਂ ਕਹਾਣੀਆਂ ਮੈਂ ਪੜ੍ਹਦਾ ਜੀ ਰੈਗੂਲਰ ਬੇਸਿਸ ਤੇ, ਤੁਸੀਂ ਲਾਸਟ ਵਿੱਚ ਸਮਝਾਊ ਤਰੀਕੇ ਦੇ ਨਾਲ ਗੱਲ ਕਰਦੇ ਹੋ। ਠੀਕ ਹੈ ਜੀ। ਮੈਨੂੰ ਲੱਗਦਾ ਇਹ ਕਹਾਣੀ ਦਾ ਨਵਾਂ ਰੂਪ ਹੈ। ਅੱਛਾ ਜੀ। ਮੈਂ ਇੱਦੋਂ ਪਹਿਲਾਂ ਕਿਸੇ ਹੋਰ ਲੇਖਕ ਦੀ ਕੋਈ ਕਹਾਣੀ ਇੱਦਾਂ ਦੀ ਨਹੀਂ ਵੇਖੀ ਜਿਹੜਾ ਅਖੀਰ ਵਿੱਚ ਉਹ ਸਮਝਾਊ ਰੂਪ ਜਿਹਾ ਦੱਸੇ। ਆਮ ਤੌਰ ਤੇ ਲੇਖਕ ਕੀ ਕਰਦੇ ਆ ਕਿ ਆਪਦੀ ਲੇਖਣੀ ਇਸ ਤਰੀਕੇ ਨਾਲ ਕਨਕਲੂਡ ਕਰਦੇ ਆ ਕਿ ਇੱਕ ਸਵਾਲ ਬਣ ਜਾਂਦਾ, ਜਾਂ ਉਹ ਪਾਠਕ ਨੂੰ ਇਹ ਲੱਗਦਾ ਕਿ ਅੱਛਾ ਇੱਦਾਂ ਹੋ ਗਈ, ਉਹ ਦੁਬਾਰਾ ਪੜ੍ਹਨ ਦੀ ਕੋਸ਼ਿਸ਼ ਕਰਦਾ। ਤੁਹਾਡੀਆਂ ਕਹਾਣੀਆਂ ਦੇ ਵਿੱਚ ਇਹ ਹੁੰਦਾ ਕਿ
ਇਹ ਸਾਰੀ ਬਣਤਰ ਜਿਹੜੀ ਤੁਸੀਂ ਕਹਾਣੀ ਬਣਾ ਲੈਂਦੇ ਹੋ, ਉਸ ਤੋਂ ਬਾਅਦ ਤੁਸੀਂ ਸਮਝਾਉਂਦੇ ਹੋ ਕਿ ਮੇਰਾ ਤੁਹਾਨੂੰ ਸਮਝਾਉਣ ਦਾ ਜਾਂ ਇਹ ਗੱਲ ਸ਼ੇਅਰ ਕਰਨ ਦਾ ਮਕਸਦ ਆ ਸੀ। ਇਹ ਇਦਾਂ ਦਾ ਕਿਉਂ ਹੈ? ਇੱਦਾਂ ਦਾ ਇਸ ਕਰਕੇ ਹੈ ਕਿ ਜਦੋਂ ਤੁਸੀਂ ਕੋਈ ਚੀਜ਼ ਐਕਸਪਲੇਨ ਕਰਦੇ ਹੋ, ਲਿਖਦੇ ਹੋ, ਤੇ ਨੈਚੁਰਲੀ ਤੁਹਾਨੂੰ ਅਗਰ ਕੋਈ ਬੁਰੀ ਚੀਜ਼ ਐਕਸਪਲੇਨ ਕਰ ਰਹੇ ਹੋ ਤੁਹਾਨੂੰ ਪਤਾ ਹੁੰਦਾ ਕਿ ਚੰਗੀ ਚੀਜ਼ ਕੀ ਹੈ। ਠੀਕ ਹੈ ਜੀ। ਅਗਰ ਆਹ ਕਰੈਕਟਰ ਜਿਹੜਾ ਇਹ ਇਸ ਤਰ੍ਹਾਂ ਕਰਦਾ ਤੇ ਇਹਦੀ ਜਿਹੜੀ ਲਾਈਫ ਹੈ ਇਹ ਟਰੈਕ 'ਤੇ ਰਹਿਣੀ ਸੀ। ਮੇਰਾ ਤੁਸੀਂ ਮੰਨੋਗੇ ਨਹੀਂ ਕਿ ਕਹਾਣੀ ਜਿਹੜੀ ਹੈ ਇੱਕ ਛੋਟੀ ਵਾਰਤਾ ਲਿਖਣੀ ਬੜੀ ਸੌਖੀ ਹੁੰਦੀ ਮੇਰੇ ਵਾਸਤੇ, ਲੇਕਿਨ ਜਿਹੜਾ ਉਹ ਕਨਕਲੂਜਨ ਲਾਸਟ 'ਤੇ ਕੱਢਣਾ ਉਹ ਮੇਰਾ ਕਾਫੀ ਟਾਈਮ ਲੈ ਜਾਂਦਾ ਹੈਗਾ। ਠੀਕ ਹੈ ਜੀ। ਔਰ ਉਹ ਜਦੋਂ ਤੁਸੀਂ ਲਿਖਦੇ ਹੋ, ਜਦੋਂ ਤੁਸੀਂ ਐਕਸਪਲੇਨ ਕਰਦੇ ਹੋ, ਉਹ ਤੁਹਾਨੂੰ ਸਭ ਤੋਂ ਜ਼ਿਆਦਾ ਕੰਪਲੀਮੈਂਟਸ ਹੀ ਉਸ ਚੀਜ਼ 'ਤੇ ਮਿਲਦੇ, ਲੋਕੀ ਦਿੰਦੇ ਹੈਗੇ ਕਿ ਤੁਹਾਡਾ ਜਿਹੜਾ ਅਖੀਰ ਦੀ ਜਿਹੜੀ ਤੁਸੀਂ ਕੀਤੀ ਹੈ ਨਾ, ਗੱਲ ਕੀਤੀ ਹੈ, ਉਹਨੇ ਸਾਡੀ ਜ਼ਿੰਦਗੀ ਚੇਂਜ ਕਰ ਦਿੱਤੀ। ਇੱਕ ਮੈਂ ਕਹਾਣੀ ਲਿਖੀ ਸੀ, ਮੈਨੂੰ ਵੀ ਸ਼ਾਇਦ ਕਿਸੇ ਨੇ ਇਸ ਤਰ੍ਹਾਂ ਹੀ ਮਿਲੀ ਸੀ ਕਿ ਪ੍ਰਤਾਪ ਸਿੰਘ ਕੈਰੋਂ ਜਾ ਰਿਹਾ ਸੀ, ਚੀਫ ਮਿਨਿਸਟਰ ਪੰਜਾਬ ਦਾ, ਅਤੇ ਉਹਦਾ ਡਰਾਈਵਰ ਸੀ ਅਵਤਾਰ ਸਿੰਘ। ਰਸਤੇ 'ਚ ਉਹਨਾਂ ਦੇ ਅੱਗੇ ਆ ਕੇ ਸਿਆਹ ਮਰ ਗਿਆ ਇੱਕ ਖਰਗੋਸ਼ ਗੱਡੀ ਦੇ ਵਿੱਚ, ਚੰਡੀਗੜ੍ਹ ਜਾਂਦਿਆਂ, ਅਤੇ ਉਹਨੇ ਬ੍ਰੇਕ ਮਰਵਾ ਲਈ। ਉਤਰਿਆ ਥੱਲੇ ਪ੍ਰਤਾਪ ਸਿੰਘ ਕੈਰੋਂ, ਅਤੇ ਮਰੇ ਹੋਏ ਸੇਹ ਦੀ ਲਾਸ਼ ਦੇ ਕੋਲ ਜਾ ਕੇ ਕਹਿੰਦਾ ਅਵਤਾਰ ਸਿੰਘ ਬਾਹਰ ਆ ਜਰਾ। ਅਵਤਾਰ ਸਿੰਘ ਬਾਹਰ ਆਇਆ, ਕਹਿੰਦਾ ਵੀ ਅਵਤਾਰ ਸਿੰਘ ਦੱਸ ਵੀ ਤੈਨੂੰ ਪਤਾ ਵੀ ਸਿਆਹ ਮਰਿਆ ਕਿਉਂ? ਉਹ ਕਹਿੰਦੀ ਆਈ ਸੀ ਜੀ ਮਰ ਗਿਆ, ਇਹਦੀ ਜ਼ਿੰਦਗੀ ਪੂਰੀ ਹੋ ਗਈ, ਮਰ ਗਿਆ। ਕਹਿੰਦਾ ਆਈ ਸੀ ਮਰਿਆ ਨਹੀਂ, ਇਸ ਕਰਕੇ ਮਰਿਆ ਕਿ ਇਹ ਸੜਕ ਦੇ ਅੱਧ ਵਿਚਕਾਰ ਆ ਕੇ ਇਹ ਨਹੀਂ ਡਿਸਾਈਡ ਕਰ ਪਾਇਆ ਕਿ ਮੈਂ ਸੱਜੇ ਪਾਸੇ ਜਾਵਾਂ ਮੈਂ ਖੱਬੇ ਪਾਸੇ ਜਾਵਾਂ। ਠੀਕ ਹੈ ਜੀ। ਅਤੇ ਤੁਸੀਂ ਮੰਨੋਗੇ ਨਹੀਂ ਕਿ ਆਹ ਜਦੋਂ ਮੈਂ ਇੱਕ ਕਹਾਣੀ ਲਿਖੀ, ਕਹਾਣੀ ਦਾ ਸ਼ੁਰੂਆਤੀ ਬੰਦ ਸੀ ਇਹ, ਅਤੇ ਮੈਨੂੰ ਕਿੰਨੇ ਲੋਕਾਂ ਨੇ ਕਾਲ ਕਰਕੇ ਇਨਬਾਕਸ ਕਰਕੇ ਕਿਹਾ ਕਿ ਤੁਹਾਡੀ ਆਹ ਚੀਜ਼ ਜਿਹੜੀ ਨੇ ਨਾ ਸਾਡੇ 15-15 ਸਾਲ ਤੋਂ ਰੁਕੇ ਪਏ ਡਿਸੀਜਨ ਸਾਨੂੰ ਲੈਣ ਵਾਸਤੇ ਮਜਬੂਰ ਕਰਦੇ। ਇਹ ਇੱਦਾਂ ਦਾ ਜਿਹੜਾ ਕਨਸੈਪਟ ਹੈ ਕਹਾਣੀ ਲਿਖਣ ਦਾ, ਇਹ ਜਿਹੜਾ ਮੈਂ ਪਿੰਨ ਪੁਆਇੰਟ ਕੀਤਾ ਕਿ ਤੁਸੀਂ ਅਖੀਰ ਵਿੱਚ ਸਮਝਾਊ ਤਰੀਕੇ ਦੇ ਨਾਲ ਉਹਨੂੰ ਸਮੇਟਦੇ ਹੋ ਆਪਦੇ ਸਬਜੈਕਟ ਨੂੰ। ਕਿਸੇ ਹੋਰ ਦਾ ਵੀ ਹੁੰਦਾ? ਵੇਖਿਆ ਤੁਸੀਂ, ਸੁਣਿਆ, ਪੜ੍ਹਿਆ? ਮੈਨੂੰ ਦੇਖੋ ਪਤਾ ਕੀ, ਮੈਂ ਕੁਲਵੰਤ ਸਿੰਘ ਵਿਰਕ ਨੂੰ ਨਹੀਂ ਪੜ੍ਹਿਆ ਹੈਗਾ। ਉਹਦੀ ਇੱਕ ਦੋ ਕਹਾਣੀ ਮੈਂ 10ਵੀਂ 'ਚ ਸ਼ਾਇਦ ਹੁੰਦੀ ਸੀ, ਅਤੇ ਉਹ ਮੈਨੂੰ ਲੋਕੀ ਕਹਿੰਦੇ ਕਿ ਤੁਹਾਡਾ ਸਟਾਈਲ ਉਹਦੇ ਵਰਗਾ ਹੈਗਾ। ਉਹ ਮੈਂ ਕਿਹਾ ਵੀ ਬੜਾ ਵੱਡਾ ਨਾਂ ਹੈਗਾ, ਤੁਸੀਂ ਇਸ ਤਰ੍ਹਾਂ ਕੰਪੇਅਰ ਕਿਸ ਤਰ੍ਹਾਂ ਕਰ ਸਕਦੇ ਹੈਗੇ? ਮੈਂ ਤਾਂ ਆਮ ਜਿਹਾ ਬੰਦਾ ਹੈਗਾ। ਪਰ ਨਹੀਂ, ਕਹਿੰਦੇ ਛੋਟੀ ਕਹਾਣੀ ਜਿਹੜੀ ਹੈ ਉਹਨਾਂ ਦੀ ਕਨਕਲੂਜਨ ਜਿਹੜੀ ਹੈ ਇਸ ਤਰ੍ਹਾਂ ਕਰਦੇ ਹੁੰਦੇ। ਛੋਟੀ ਕਹਾਣੀ ਦੀ ਆਪਾਂ ਗੱਲ ਕਰਦੇ ਪਏ ਹਾਂ, ਕੋਈ ਇੰਨੀ ਛੋਟੀ ਨਹੀਂ ਜਿੰਨੀ ਛੋਟੀ ਤੁਸੀਂ ਲਿਖਦੇ। ਬਹੁਤ ਸਾਲ ਪਹਿਲਾਂ ਦੀ ਗੱਲ ਆ, ਮੈਂ ਆਰਸੀ ਵਿੱਚ ਇੱਕ ਕਹਾਣੀ ਪੜ੍ਹੀ, ਆਰਸੀ ਪੰਜਾਬੀ ਦਾ ਮੈਗਜ਼ੀਨ। ਹਾਂਜੀ, ਹੁੰਦਾ ਸੀ। ਸੁਰਿੰਦਰ ਢੰਡ ਹੋਏ ਇੱਕ ਸੁਰਿੰਦਰ ਢੰਡ ਦੀ ਸ਼ਾਇਦ ਢੰਡ ਆ ਮੇਰਾ ਨਾਮ, ਢੰਡ ਹੈ ਲਾਸਟ ਨੇਮ। ਉਹਨਾਂ ਦੀ ਕਹਾਣੀ ਸੀ ਇੱਕ ਸ਼ਾਨੇ ਪੰਜਾਬ। ਅੱਛਾ ਜੀ। ਸ਼ਾਨੇ ਪੰਜਾਬ ਗੱਡੀ ਹੈ, ਅੰਮ੍ਰਿਤਸਰ ਤੋਂ ਦਿੱਲੀ, ਦਿੱਲੀ ਤੋਂ ਅੰਮ੍ਰਿਤਸਰ ਜਾਂਦੀ। ਠੀਕ ਹੈ ਜੀ। ਉਸ ਗੱਡੀ ਦੇ ਨਾਲ ਜੋੜ ਕੇ, ਟ੍ਰੇਨ ਦੇ ਨਾਲ ਜੋੜ ਕੇ ਉਸ ਸਬਜੈਕਟ ਨੂੰ ਉਹਨਾਂ ਨੇ ਆਪਣੇ ਨੂੰ ਦੱਸਿਆ, ਐਕਸਪਲੇਨ ਕੀਤਾ। ਮੈਂ ਉਹ ਕਹਾਣੀ 2 ਕਿਸ਼ਤਾਂ 'ਚ ਪੜ੍ਹੀ, ਫਿਰ ਦੋਨੋਂ ਕਿਸ਼ਤਾਂ ਇਕੱਠੀਆਂ ਵੀ ਪੜ੍ਹੀਆਂ। ਥੋੜ੍ਹੀ ਲੰਬੀ ਕਹਾਣੀ ਸੀਗੀ, ਇੱਕ ਵਾਰੀ ਛਪ ਗਈ, ਅੱਧੀ ਫਿਰ ਦੂਜੀ ਵਾਰੀ ਛਪੀ। ਮੈਂ ਉਹ ਮੁੜ ਕੇ ਪਹਿਲਾਂ ਇਕੱਲੀ ਨੂੰ ਪੜ੍ਹਿਆ, ਫਿਰ ਦੋਨਾਂ ਨੂੰ ਇਕੱਠਿਆਂ ਰੱਖ ਕੇ ਪੜ੍ਹਿਆ। ਮੈਂ ਅਖੀਰ 'ਤੇ ਇੰਨਾ ਜ਼ਿਆਦਾ ਸ਼ੌਕ ਹੋਇਆ ਕਿ ਅੱਛਾ ਇੱਦਾਂ ਵੀ ਹੁੰਦੀ ਹੈ। ਯਾਨੀ ਉਹ ਤੁਹਾਡੇ ਵਾਲਾ ਤਰੀਕਾ ਨਹੀਂ ਸੀਗਾ, ਸਮਝਾਊ ਤਰੀਕਾ ਨਹੀਂ ਸੀ, ਉਹ ਤਰੀਕਾ ਸੀਗਾ ਕਿ ਪਾਠਕ ਆਪ ਸੋਚੇ। ਮੈਂ ਤਾਂ ਤੁਹਾਡਾ ਜ਼ਿਕਰ ਕਰ ਰਿਹਾ ਸੀ। ਹੁਣ ਮੇਰਾ ਅਖੀਰਲਾ ਸਵਾਲ ਜੀ, ਇਹ ਕਹਾਣੀਆਂ ਨੂੰ ਤੁਸੀਂ ਕੋਈ ਕਿਤਾਬੀ ਰੂਪ ਦੇਣ ਦਾ ਕੋਈ ਪਲਾਨ ਕੀਤਾ ਜਾਂ ਕਿਵੇਂ ਕੋਈ ਸੋਚਦੇ ਹੋ ਕਿ ਬਸ ਲਿਖੀ ਜਾਂਦੇ ਹੋ, ਇਸ ਗੱਲ 'ਤੇ ਜ਼ੋਰ ਹੈ? ਦੇਖੋ ਜੀ, ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਹੈਗਾ ਕਿ ਮੇਰੀ ਪਰਿਵਾਰ ਦਾ ਜਿਹੜਾ ਗੁਜ਼ਾਰਾ ਹੈਗਾ, ਰੋਜ਼ੀ ਰੋਟੀ ਹੈਗੀ ਆ, ਉਹਦੇ ਵਾਸਤੇ ਮੈਂ ਰੀਅਲ ਅਸਟੇਟ 'ਚ ਹੈਗਾ ਜੀ। ਠੀਕ ਹੈ ਜੀ। ਔਰ ਕਮਰਸ਼ੀਅਲ ਪਰਪਸ ਤੋਂ ਮੈਂ ਕਦੀ ਸੋਚਿਆ ਨਹੀਂ ਹੈ, ਲੇਕਿਨ ਮੈਨੂੰ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਤੁਸੀਂ ਅਗਰ ਕਿਤਾਬ ਛਪਾਓਗੇ ਨਾ ਕਿਤੇ, ਅਤੇ ਪਹਿਲੀਆਂ 100 ਕਾਪੀਆਂ ਮੈਂ ਬਾਈ ਕਰੂੰਗਾ ਜੀ। ਕੀ ਬਾਤ ਹੈ। ਪਹਿਲੀਆਂ 100 ਕਾਪੀਆਂ ਜੋ ਹੁੰਦਾ ਜੀ ਮੈਂ ਬਾਈ ਕਰੂੰਗਾ। ਠੀਕ ਹੈ ਜੀ। ਹੁਣ ਢਿੱਲ ਹੈ ਮੇਰੇ ਪਾਸਿਓਂ। ਠੀਕ ਹੈ ਜੀ। ਤੁਸੀਂ ਕਹਿ ਲਓ ਕਿ ਪਰਿਵਾਰਿਕ ਝਮੇਲੇ ਜਿਹੜੇ ਹੋਰ ਹੈਗੇ ਨੇ, ਜਾਂ ਕੁਛ ਆਪਸ ਜਿਹੜੇ, ਜਾਂ ਮੇਰੀ ਜਿਹੜੀ ਨੈਗਲੀਜੈਂਸ ਹੈ, ਜਾਂ ਮੇਰੀ ਜਿਹੜੀ ਆ ਤੁਸੀਂ ਲਾਪਰਵਾਹੀ ਕਰਕੇ ਮੈਂ ਸਿਰਫ ਉਹਨਾਂ ਨੂੰ ਕੰਪਾਈਲ ਅਪ ਕਰੀ ਜਾਣਾ, ਜੋ ਮੈਂ ਲਿਖਦਾ ਹੈਗਾ ਉਹਦਾ ਇੱਕ ਹਾਰਡ ਕਾਪੀ ਮੈਂ ਰੱਖੀ ਜਾਣਾ ਹੈਗਾ। ਲੇਕਿਨ ਮੈਂ ਇਸ ਪਾਸੇ ਸੋਚਿਆ ਨਹੀਂ ਹੈ ਹਾਲੇ। ਬਟ ਇਸ ਸਾਲ ਦਾ ਮੇਰਾ ਰੈਜ਼ੋਲੂਸ਼ਨ ਹੈ 2021 ਦਾ ਕਿ ਮੈਂ ਇਹਦੇ ਬਾਰੇ ਜ਼ਰੂਰ ਕਰੂੰਗਾ ਜੀ। ਤੁਸੀਂ ਸਮਾਂ ਕੱਢਿਆ ਜੀ, ਬਹੁਤ ਪਿਆਰੀਆਂ ਗੱਲਾਂ ਕੀਤੀਆਂ, ਜਿਹੜੀਆਂ ਗੱਲਾਂ ਦਾ ਪਹਿਲਾਂ ਸਿਰਫ ਕਹਾਣੀਆਂ ਰਾਹੀਂ ਪਤਾ ਲੱਗਦਾ ਸੀ, ਅੱਜ ਸਾਹਮਣੇ ਆਮੋ ਸਾਹਮਣੇ ਬੈਠ ਕੇ, ਕੋਲ ਬੈਠ ਕੇ ਨਿੱਘ ਮਾਣਿਆ।
ਬਹੁਤ ਬਹੁਤ ਮਿਹਰਬਾਨੀ ਤੁਹਾਡਾ ਜੀ। ਸਾਡੀਆਂ ਸ਼ੁਭ ਸ਼ਾਮਾਂ ਨਾਲ ਤੁਹਾਡੇ। ਤੁਸੀਂ ਜਿਹੜਾ ਰੈਜ਼ੋਲੂਸ਼ਨ ਬਣਾਇਆ 2021 ਦਾ, ਇਹਦੇ 'ਚ ਕਾਮਯਾਬ ਹੋਵੋ ਔਰ ਕਿਤਾਬ ਆਪਣੀ ਜਿਹੜੀ ਛਪਵਾਵੋ। ਸਾਰੇ ਪਾਠਕਾਂ ਨੂੰ ਤੁਹਾਡੀ ਕਿਤਾਬ ਦੀ ਉਡੀਕ ਹੈ, ਤਾਂਘ ਹੈ। ਥੈਂਕ ਯੂ ਵੈਰੀ ਮਚ। ਸ਼ੁਕਰੀਆ।